हेलो स्टूडेंट्स, BA 5th ਸਮੈਸਟਰ ਹਿਸਟਰੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਸਾਡਾ ਕੁਐਸਚਨ ਚੱਲ ਰਿਹਾ ਸੀ ਨੈਪੋਲੀਅਨ ਬੋਨਾਪਾਰਟ ਦੀ ਮਹਾਦੀਪੀ ਪ੍ਰਣਾਲੀ ਦਾ ਵਰਣਨ ਕਰੋ। ਪਿਛਲੀ ਕਲਾਸ ਵਿੱਚ ਅਸੀਂ ਦੇਖਿਆ ਕਿ 1799 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਵਿੱਚ ਫਰਾਂਸ ਦੀ ਜਨਤਾ ਨੇ ਸਦੀਆਂ ਤੋਂ ਚਲੇ ਆ ਰਹੇ ਬੁਰਬੋ ਵੰਸ਼ ਦਾ ਅੰਤ ਕਰਕੇ ਫਰਾਂਸ ਵਿੱਚ ਗਣਤੰਤਰ ਦੀ ਸਥਾਪਨਾ ਕੀਤੀ, ਪਰੰਤੂ ਨੈਪੋਲੀਅਨ ਬੋਨਾਪਾਰਟ ਨੇ ਐਸੇ ਗਣਤੰਤਰ ਦਾ ਗਲਾ ਘੋਂਟ ਕੇ ਉੱਥੇ ਦੁਬਾਰਾ ਰਾਜਤੰਤਰ ਸਥਾਪਿਤ ਕਰ ਦਿੱਤਾ। ਨੈਪੋਲੀਅਨ 1804 ਈਸਵੀ ਤੋਂ ਲੈ ਕੇ 1814 ਈਸਵੀ ਤੱਕ 10 ਸਾਲਾਂ ਤੱਕ ਫਰਾਂਸ ਦਾ ਰਾਜਾ ਰਿਹਾ। ਇਸ ਸਮੇਂ ਦੇ ਦੌਰਾਨ ਉਸ ਨੂੰ ਅਨੇਕ ਯੁੱਧ ਲੜਨੇ ਪਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯੁੱਧਾਂ ਵਿੱਚ ਉਹ ਜੇਤੂ ਰਿਹਾ। 1805 ਈਸਵੀ ਵਿੱਚ ਟ੍ਰਾਫਲਗਰ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਉਹ ਇੰਗਲੈਂਡ ਤੋਂ ਹਾਰ ਗਿਆ। ਪੂਰੇ ਯੂਰਪ ਮਹਾਦੀਪ 'ਤੇ ਪ੍ਰਭਾਵ ਸਿੱਧ ਕਰਨ ਦੇ ਲਈ ਇੰਗਲੈਂਡ ਨੂੰ ਹਰਾਉਣਾ ਜ਼ਰੂਰੀ ਸੀ। ਇਸ ਲਈ ਉਸਨੇ ਇੰਗਲੈਂਡ ਨੂੰ ਹਰਾਉਣ ਦੇ ਲਈ ਹੀ ਮਹਾਦੀਪੀ ਪ੍ਰਣਾਲੀ ਦੀ ਸਥਾਪਨਾ ਕੀਤੀ ਸੀ। ਕੱਲ੍ਹ ਦੀ ਕਲਾਸ ਵਿੱਚ ਅਸੀਂ ਨੈਪੋਲੀਅਨ ਦੀ ਮਹਾਦੀਪੀ ਪ੍ਰਣਾਲੀ ਨੂੰ ਸ਼ੁਰੂ ਕਰਨ ਦੇ ਕਾਰਨ ਅਤੇ ਉਸ ਦੇ ਦੁਆਰਾ ਬਰਲਿਨ, ਵਾਰਸਾ, ਮਿਲਾਨ ਅਤੇ ਫਾਉਂਟਨਬਲਿਊ ਆਦੇਸ਼ਾਂ ਦੀ ਸਥਾਪਨਾ ਦੀ ਚਰਚਾ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਇਸੇ ਪ੍ਰਸ਼ਨ ਨੂੰ ਅੱਗੇ ਜਾਰੀ ਰੱਖਦੇ ਹੋਏ ਅੱਜ ਮਹਾਦੀਪੀ ਵਿਵਸਥਾ ਦਾ ਕਾਰਜਕ੍ਰਮ ਜਿਹੜਾ ਸੀ ਉਸ ਦੀ ਚਰਚਾ ਸ਼ੁਰੂ ਕਰਾਂਗੇ। ਸ਼ੁਰੂ ਕਰਦੇ ਹਾਂ। ਨੈਪੋਲੀਅਨ ਕੇਵਲ ਆਦੇਸ਼ ਜਾਰੀ ਕਰਕੇ ਮਹਾਦੀਪੀ ਵਿਵਸਥਾ ਨੂੰ ਸਫਲ ਨਹੀਂ ਬਣਾ ਸਕਦਾ ਸੀ। ਇਸ ਦੇ ਲਈ ਉਸ ਨੂੰ ਹੋਰ ਯੂਰੋਪੀਅਨ ਦੇਸ਼ਾਂ ਦੇ ਸਹਿਯੋਗ ਜਾਂ ਮਦਦ ਦੀ ਲੋੜ ਸੀ ਅਤੇ ਉਸਨੇ ਆਪਣੀ ਯੋਜਨਾ ਨੂੰ ਸਫਲ ਬਣਾਉਣ ਦੇ ਲਈ ਅਨੇਕ ਮਹੱਤਵਪੂਰਨ ਕਦਮ ਚੁੱਕੇ। ਜਿਵੇਂ ਪਹਿਲਾ ਹੈ, ਨੈਪੋਲੀਅਨ ਨੇ ਸਭ ਤੋਂ ਪਹਿਲਾਂ ਮਹਾਦੀਪੀ ਵਿਵਸਥਾ ਨੂੰ ਫਰਾਂਸ ਅਤੇ ਆਪਣੇ ਅਧੀਨ ਖੇਤਰਾਂ ਵਿੱਚ ਲਾਗੂ ਕੀਤਾ। ਦੂਜਾ, 28 ਜਨਵਰੀ 1808 ਈਸਵੀ ਨੂੰ ਆਸਟਰੀਆ ਨੂੰ ਮਹਾਦੀਪੀ ਯੋਜਨਾ ਸਵੀਕਾਰ ਕਰਨ ਦੇ ਲਈ ਮਜਬੂਰ ਕੀਤਾ ਗਿਆ। ਤੀਜਾ, ਰੂਸ ਨੇ ਟਿਲਸਿਟ ਦੀ ਸੰਧੀ ਦੇ ਅਨੁਸਾਰ ਨੈਪੋਲੀਅਨ ਦੀ ਵਿਵਸਥਾ ਸਵੀਕਾਰ ਕਰ ਲਈ। ਇਸ ਦੇ ਬਦਲੇ ਨੈਪੋਲੀਅਨ ਨੇ ਰੂਸ ਦੇ ਜ਼ਾਰ ਨੂੰ ਫਿਨਲੈਂਡ ਅਤੇ ਤੁਰਕੀ ਦਾ ਕੁਝ ਭਾਗ ਦੇਣ ਦਾ ਵਚਨ ਦਿੱਤਾ। ਚੌਥਾ, ਪੋਪ ਨੇ ਖੁਦ ਨੂੰ ਤਟਸਥ ਘੋਸ਼ਿਤ ਕਰ ਦਿੱਤਾ ਸੀ, ਯਾਨੀ ਇਸ ਮਹਾਦੀਪੀ ਪ੍ਰਣਾਲੀ ਤੋਂ ਦੂਰ ਰਹਿਣ ਦੀ ਨੀਤੀ ਅਪਣਾਈ ਸੀ ਅਤੇ ਨੈਪੋਲੀਅਨ ਨੂੰ ਉਸ ਦੇ ਵਿਰੁੱਧ ਸ਼ਕਤੀ ਦਾ ਪ੍ਰਯੋਗ ਕਰਨਾ ਪਿਆ। ਅਪ੍ਰੈਲ 1808 ਈਸਵੀ ਵਿੱਚ ਪੋਪ ਦਾ ਰਾਜ ਫਰਾਂਸ ਵਿੱਚ ਮਿਲਾ ਲਿਆ ਗਿਆ। ਨੈਪੋਲੀਅਨ ਦੇ ਇਸ ਕਾਰਜ ਨਾਲ ਪੂਰਾ ਕੈਥੋਲਿਕ ਜਗਤ ਉਸ ਦੇ ਵਿਰੁੱਧ ਹੋ ਗਿਆ ਅਤੇ ਉਸ ਨੂੰ ਨਾਸਤਿਕ ਘੋਸ਼ਿਤ ਕਰ ਦਿੱਤਾ ਗਿਆ। ਪਰੰਤੂ ਨੈਪੋਲੀਅਨ ਨੇ ਆਪਣੀ ਵਿਵਸਥਾ ਨੂੰ ਸਫਲ ਬਣਾਉਣ ਦੇ ਲਈ ਇੰਨੀ ਵੱਡੀ ਦੁਸ਼ਮਣੀ ਦੀ ਵੀ ਪਰਵਾਹ ਨਾ ਕੀਤੀ। ਪੰਜਵਾਂ ਪੁਆਇੰਟ, ਪੁਰਤਗਾਲ ਦੇ ਸ਼ਾਸਕ ਜੌਨ ਨੂੰ ਵੀ
ਮਾਦੀਪੀ ਵਿਵਸਥਾ ਲਾਗੂ ਕਰਨ ਦੇ ਲਈ ਕਿਹਾ ਗਿਆ, ਪਰੰਤੂ ਉਸਨੇ ਸਾਫ਼ ਮਨਾ ਕਰ ਦਿੱਤਾ। ਇਸ 'ਤੇ ਨੈਪੋਲੀਅਨ ਨੇ ਉਸ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ। ਛਠਾ ਪੁਆਇੰਟ, ਹਾਲੈਂਡ ਵਿੱਚ ਨੈਪੋਲੀਅਨ ਦਾ ਭਰਾ ਲੂਈ ਸ਼ਾਸਨ ਕਰਦਾ ਸੀ। ਉਹ ਮਾਦੀਪੀ ਵਿਵਸਥਾ ਨੂੰ ਆਪਣੀ ਜਨਤਾ ਦੇ ਲਈ ਨੁਕਸਾਨਦਾਇਕ ਸਮਝਦਾ ਸੀ ਅਤੇ ਉਸਨੇ ਇਹ ਯੋਜਨਾ ਲਾਗੂ ਨਹੀਂ ਕੀਤੀ। ਸਿੱਟੇ ਵਜੋਂ ਨੈਪੋਲੀਅਨ ਨੇ ਲੂਈ ਨੂੰ ਹਾਲੈਂਡ ਦੀ ਰਾਜਧਾਨੀ ਤੋਂ ਹਟਾ ਦਿੱਤਾ ਅਤੇ ਇਹ ਰਾਜ ਫਰਾਂਸ ਵਿੱਚ ਮਿਲਾ ਲਿਆ ਗਿਆ। ਅਗਲਾ ਪੁਆਇੰਟ, ਨੈਪਲਜ਼, ਟਸਕਨੀ ਅਤੇ ਵੈਸਟਫੇਲੀਆ ਵਿੱਚ ਨੈਪੋਲੀਅਨ ਦੇ ਭਰਾਵਾਂ ਦਾ ਸ਼ਾਸਨ ਸੀ। ਉਹਨਾਂ ਨੇ ਇਹ ਯੋਜਨਾ ਬੜੀ ਹੀ ਖੁਸ਼ੀ ਦੇ ਨਾਲ ਸਵੀਕਾਰ ਕਰ ਲਈ। ਨੈਕਸਟ ਪੁਆਇੰਟ, ਪ੍ਰਸ਼ੀਆ ਦਾ ਸ਼ਾਸਕ ਨੈਪੋਲੀਅਨ ਬੋਨਾਪਾਰਟ ਤੋਂ ਹਾਰ ਚੁੱਕਿਆ ਸੀ ਅਤੇ ਉਸਨੇ ਵੀ ਇਹ ਵਿਵਸਥਾ ਸਵੀਕਾਰ ਕਰ ਲਈ। ਅਗਲਾ ਪੁਆਇੰਟ, 1808 ਈਸਵੀ ਵਿੱਚ ਨੈਪੋਲੀਅਨ ਨੇ ਸਵੀਡਨ ਨੂੰ ਹਰਾਇਆ ਅਤੇ ਉਸ ਨੂੰ ਮਾਦੀਪੀ ਯੋਜਨਾ ਲਾਗੂ ਕਰਨ ਦੇ ਲਈ ਮਜਬੂਰ ਕੀਤਾ। ਉਸਨੇ ਨਾਰਵੇ ਦਾ ਤੱਟ ਅੰਗਰੇਜ਼ੀ ਜਹਾਜ਼ਾਂ ਦੇ ਲਈ ਬੰਦ ਕਰ ਦਿੱਤਾ। 10ਵਾਂ ਪੁਆਇੰਟ, 1810 ਈਸਵੀ ਵਿੱਚ ਨੈਪੋਲੀਅਨ ਨੇ ਜਰਮਨੀ ਦੇ ਉੱਤਰੀ ਪੱਛਮੀ ਤੱਟ ਦੇ ਸਾਰੇ ਬੰਦਰਗਾਹਾਂ 'ਤੇ ਅਧਿਕਾਰ ਕਰ ਲਿਆ। 11ਵਾਂ ਪੁਆਇੰਟ, ਡੈਨਮਾਰਕ ਨਾਲ ਨੈਪੋਲੀਅਨ ਨੇ ਸਮੁੰਦਰੀ ਸ਼ਕਤੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਮਿਲਦੇ ਹੀ ਇੰਗਲੈਂਡ ਨੇ ਡੈਨਮਾਰਕ ਦਾ ਆਪਣਾ ਬੇੜਾ ਨੈਪੋਲੀਅਨ ਦੇ ਹੱਥ ਆਉਣ ਤੋਂ ਪਹਿਲਾਂ ਹੀ ਜ਼ਬਰਦਸਤੀ ਖੋਹ ਲਿਆ। ਇਸ ਕਾਰਨ ਡੈਨਮਾਰਕ ਨੂੰ ਅੰਗਰੇਜ਼ਾਂ ਤੋਂ ਨਫ਼ਰਤ ਹੋ ਗਈ। ਇਹ ਗੱਲ ਵੀ ਨੈਪੋਲੀਅਨ ਦੇ ਪੱਖ ਵਿੱਚ ਸੀ। ਅਗਲਾ ਸਾਡਾ ਮੇਨ ਪੁਆਇੰਟ ਹੈ ਮਹਾਦੀਪੀ ਵਿਵਸਥਾ ਦਾ परिणाम। ਨੈਪੋਲੀਅਨ ਮਹਾਦੀਪੀ ਵਿਵਸਥਾ ਦੇ परिणाम ਨੂੰ ਅਸੀਂ 5-6 ਛੋਟੇ ਪੁਆਇੰਟਾਂ ਦੇ ਵਿੱਚ ਸਮਝ ਸਕਦੇ ਹਾਂ, ਜਿਸ ਵਿੱਚ ਪਹਿਲਾ ਹੈ ਮਹਾਦੀਪੀ ਵਿਵਸਥਾ ਦੇ ਕਾਰਨ ਸ਼ੁਰੂਆਤ ਵਿੱਚ ਇੰਗਲੈਂਡ ਨੂੰ ਬਹੁਤ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਵਪਾਰਿਕ ਨਾਕਾਬੰਦੀ ਨਾਲ ਇੰਗਲੈਂਡ ਦਾ ਵਪਾਰ ਠੱਪ ਹੋ ਗਿਆ ਅਤੇ ਮਸ਼ੀਨਾਂ ਦੁਆਰਾ ਬਣਾਇਆ ਹੋਇਆ ਮਾਲ ਗੋਦਾਮਾਂ ਵਿੱਚ ਇਕੱਠਾ ਹੋਣ ਲੱਗ ਪਿਆ। ਸਿੱਟੇ ਵਜੋਂ ਇੰਗਲੈਂਡ ਵਿੱਚ ਕਈ ਕਾਰਖਾਨੇ ਬੰਦ ਹੋ ਗਏ ਅਤੇ ਉਹਨਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਬੇਕਾਰ ਹੋ ਗਏ। ਇਸ ਲਈ ਦੇਸ਼ ਵਿੱਚ ਅਨਾਜ ਦੇ ਦਾਮ ਬਹੁਤ ਵੱਧ ਗਏ ਅਤੇ ਲਗਭਗ ਅਕਾਲ ਦੀ ਸਥਿਤੀ ਪੈਦਾ ਹੋ ਗਈ। ਫਲਸਰੂਪ ਇੰਗਲੈਂਡ ਦੀ ਜਨਤਾ ਨੂੰ ਅਨੇਕ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਅਗਲਾ परिणाम ਹੈ ਮਹਾਦੀਪੀ ਵਿਵਸਥਾ ਦੇ ਕਾਰਨ ਯੂਰਪ ਦੇ ਬਹੁਤ ਜਿਹੇ ਦੇਸ਼ਾਂ ਨੂੰ ਹਾਨੀ ਉਠਾਉਣੀ ਪਈ। ਉਹਨਾਂ ਦਾ ਵਪਾਰ ਸਮਾਪਤ ਹੋ ਗਿਆ ਕਿਉਂਕਿ ਹੁਣ ਉਹ ਸਮੁੰਦਰ ਦੁਆਰਾ ਵਪਾਰ ਨਹੀਂ ਕਰ ਸਕਦੇ ਸਨ। ਜਲਦੀ ਹੀ ਵਸਤੂਆਂ ਦੀ ਕਮੀ ਦੇ ਕਾਰਨ ਮੁੱਲ ਬਹੁਤ ਵੱਧ ਗਏ ਅਤੇ ਦੈਨਿਕ ਜ਼ਰੂਰਤਾਂ ਦੀ ਪੂਰਤੀ ਕਠਿਨ ਹੋ ਗਈ। ਜਨਤਾ ਦੀ ਕਠਿਨਾਈਆਂ ਵਿੱਚ ਵਾਧਾ ਹੋਣ ਨਾਲ ਨੈਪੋਲੀਅਨ ਦੀ ਲੋਕਪ੍ਰਿਯਤਾ ਸਾਰੇ ਯੂਰਪ ਵਿੱਚ ਘੱਟ ਹੋਣ ਲੱਗ ਪਈ। ਲੋਕ ਹੁਣ ਨੈਪੋਲੀਅਨ ਦੇ ਸ਼ਾਸਨ ਦਾ ਅੰਤ ਕਰਨ ਦੇ ਲਈ ਤਿਆਰ ਹੋ ਗਏ। ਅਗਲਾ परिणाम ਹੈ ਮਹਾਦੀਪੀ ਵਿਵਸਥਾ ਦੇ ਲਾਗੂ ਹੋਣ ਨਾਲ ਇਸ ਵਿਵਸਥਾ ਤੋਂ ਦੂਰ ਰਹਿਣ ਵਾਲੇ ਦੇਸ਼ਾਂ ਨੂੰ ਵੀ ਬਹੁਤ ਹਾਨੀ ਹੋਈ। ਇਸ ਦੇ ਦੁਆਰਾ ਸਵਿਟਜ਼ਰਲੈਂਡ ਦੇ ਉਦਯੋਗ ਧੰਦੇ ਨਸ਼ਟ ਹੋ ਗਏ।
ਅਤੇ ਬਾਲਟਿਕ ਸਾਗਰ ਦੇ ਨਜ਼ਦੀਕ ਦੇ ਦੇਸ਼ਾਂ ਵਿੱਚ ਵਸਤੂਆਂ ਦੀ ਕਮੀ ਹੋਣ ਲੱਗ ਪਈ। ਇਸ ਕਾਰਨ ਉੱਥੇ ਜਨਤਾ ਵਿੱਚ ਅਸ਼ਾਂਤੀ ਫੈਲ ਗਈ। ਅਗਲਾ परिणाम है इस व्यवस्था के सिੱਟੇ ਵਜੋਂ फ्रांस के मित्र राष्ट्रां ਨੂੰ भी बहुत कठिनाइयां का सामना करना ਪਿਆ। नेपोलियन ने ਅਜਿਹੇ ਸਮੇਂ ਵਿੱਚ ਉਹਨਾਂ ਦੀ ਕੋਈ ਸਹਾਇਤਾ ਨਾ ਕੀਤੀ, ਬਲਕਿ ਉਹਨਾਂ ਦੇ ਪ੍ਰਤੀ ਦਮਨ ਦੀ ਨੀਤੀ ਨੂੰ ਅਪਣਾਇਆ। ਇਸ ਦੇ ਨਾਲ ਹਾਲੈਂਡ, ਇਟਲੀ, रूस ਅਤੇ ਪ੍ਰਸ਼ੀਆ ਆਦि ਦੇਸ਼ ਨੇਪੋਲੀਅਨ ਨਾਲ ਨਫ਼ਰਤ ਕਰਨ ਲੱਗ ਪਏ ਅਤੇ ਉਸ ਦੇ ਵਿਰੁੱਧ ਸੰਗਠਿਤ ਹੋ ਗਏ। ਪ੍ਰਸਿੱਧ ਇਤਿਹਾਸਕਾਰ ਗ੍ਰਾਂਟ ਅਤੇ ਟੈਂਪਰਲੇ ਨੇ ਬਿਲਕੁਲ ਠੀਕ ਲਿਖਿਆ ਹੈ ਕਿ ਨੇਪੋਲੀਅਨ ਦੀ ਮਹਾਦੀਪੀ ਵਿਵਸਥਾ ਦੇ ਫਰਾਂਸ ਦੀ ਬਜਾਏ ਉਹਨਾਂ ਯੂਰੋਪੀਅਨ ਦੇਸ਼ਾਂ 'ਤੇ ਵਿਨਾਸ਼ਕਾਰੀ ਪ੍ਰਭਾਵ ਪਏ ਜੋ ਕਿ ਨੇਪੋਲੀਅਨ ਦੇ ਨਿਯੰਤਰਣ ਵਿੱਚ ਸਨ। ਅਗਲਾ परिणाम ਹੈ ਮਹਾਦੀਪੀ ਵਿਵਸਥਾ ਦੇ ਕਾਰਨ ਹੀ ਨੇਪੋਲੀਅਨ ਨੂੰ ਪੁਰਤਗਾਲ ਅਤੇ ਸਪੇਨ ਨਾਲ ਯੁੱਧ ਕਰਨਾ ਪਿਆ। ਉਸਨੇ ਇਸ ਵਿਵਸਥਾ ਦੀ ਸਫਲਤਾ ਦੇ ਲਈ ਸਪੇਨ 'ਤੇ ਅਨੈਤਿਕ ਰੂਪ ਨਾਲ ਅਧਿਕਾਰ ਕਰ ਲਿਆ ਸੀ। ਨੇਪੋਲੀਅਨ ਦੀ ਇਸ ਕਾਰਜਵਾਈ ਨਾਲ ਸਪੇਨ ਦਾ ਬੱਚਾ ਉਸ ਦੇ ਨਾਲ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਣ ਲੱਗ ਪਿਆ ਅਤੇ ਜਦੋਂ ਉਹਨਾਂ ਨੇ ਆਪਣਾ ਸੰਘਰਸ਼ ਸ਼ੁਰੂ ਕੀਤਾ ਤੇ ਨੇਪੋਲੀਅਨ ਆਪਣੀ ਪੂਰੀ ਸ਼ਕਤੀ ਨਾਲ ਵੀ ਉਹਨਾਂ ਨੂੰ ਦਬਾ ਨਾ ਸਕਿਆ। ਅਗਲਾ परिणाम है महाद्वीपी व्यवस्था कदे भी पूरी तरह लागू ना हो सकी। लाइसेंसा के आधार ते एक देश दूजे देश नाल व्यापारिक संबंध बनाए रखते सन। एक देश दूजे देश तो वस्तुआं मंगाता रहा। खुद नेपोलीयन नूं कई बार ਵਸਤੂਆਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸਨੇ ਇੰਗਲੈਂਡ ਤੋਂ ਕੌਫੀ, ਖੰਡ, ਜੁੱਤੇ ਆਦਿ ਮੰਗਵਾਏ ਸਨ। 1807 ਈਸਵੀ ਵਿੱਚ ਨੇਪੋਲੀਅਨ ਨੂੰ ਆਪਣੀ ਸੈਨਾ ਦੇ ਲਈ 50,000 ਓਵਰਕੋਟਾਂ ਦੀ ਲੋੜ ਪਈ ਜੋ ਉਸਨੇ ਇੰਗਲੈਂਡ ਤੋਂ ਖਰੀਦੇ ਸਨ। ਇਸ ਤਰ੍ਹਾਂ ਲਾਇਸੈਂਸ ਦੇ ਆਧਾਰ ਤੇ ਮਿਲੀ ਸੁਵਿਧਾ ਨਾਲ ਕਾਲਾ ਬਾਜ਼ਾਰੀ ਅਤੇ ਅਵੈਧ ਵਪਾਰ ਨੂੰ ਵੀ ਬੜਾਵਾ ਮਿਲਦਾ ਰਿਹਾ। ਇਹ ਸਨ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਨੇਪੋਲੀਅਨ ਦੀ ਮਹਾਦੀਪੀ ਵਿਵਸਥਾ ਦੇ ਕਾਰਿਆਕ੍ਰਮ ਅਤੇ ਇਸੇ ਵਿਵਸਥਾ ਦੇ परिणाम। ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਪ੍ਰਸ਼ਨ ਨੂੰ ਅੱਗੇ ਜਾਰੀ ਰੱਖਦੇ ਹੋਏ ਇਸ ਯੋਜਨਾ ਦੀ ਅਸਫਲਤਾ ਦੇ ਕਾਰਨਾਂ ਦੀ ਚਰਚਾ ਅਸੀਂ ਕਰਾਂਗੇ। ਨੋਟਸ ਤੁਸੀਂ ਬਣਾਉਂਦੇ ਰਹੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੁਹਾਨੂੰ ਭਵਿੱਖ ਵਿੱਚ ਨਾ ਆਵੇ। ਬਹੁਤ ਬਹੁਤ ਧੰਨਵਾਦ।